3 ਨਿਆਣਿਆਂ ਤੇ 900 ਰੁਪਇਆ ਦਿੰਦੇ ਆ। ਮੀਆਂ ਬੀਬੀ ਰਲ ਕੇ ਕੰਮ ਕਰਦੇ ਆ ਤੇ ਤੁਸੀਂ ਸਮਝ ਲਓ ਵੀ ਇੱਕ ਦੀ ਤਨਖਾਹ ਸੇਵ ਆ। ਬੱਚੇ ਨੂੰ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਇੰਡੀਆ, ਉਹਦਾ ਦਿਲ ਦਾ ਆਪਰੇਸ਼ਨ ਹੋਇਆ ਸੀ। ਇਹਨਾਂ ਨੂੰ ਇੱਥੇ ਆ ਕੇ ਨਹੀਂ ਉਹ ਚੀਜ਼ ਚੈੱਕ ਕੀਤਾ। ਮਹੀਨੇ 'ਚ 4-4 5-5 ਟੈਸਟ ਹੁੰਦੇ, 5-5 6-6 ਵਾਰ ਮੇਰਾ ਇੱਦਾਂ ਜਾਂਦਾ ਹੈ। अस्सलाम वालेकुम जी प्यारे, की हाल चाल है तुहाडा? ठीक ठाक हो? अज जी मेरे नाल ने सोनू भाई जी, इन्हां दा तलक इंडिया पंजाब तो है ते वीडियो जिहड़ी अज दी ओह होएगी पंजाबी दे विच। इटली दे विच पिछले 2 सालां तो अपनी फैमिली दे नाल रह रहे ने ते इन्हां दा जिहड़ा एक्सपीरियंस है, जिहड़ा तजर्बा है, इन्हां ने इत्थे फैमिली बुलाउण तो बाद मतलब कीता गया। इन्हां दा तजर्बा की तजर्बा इन्हां दा रहा वे, फैमिली वास्ते किहड़े-किहड़े डॉक्यूमेंट्स चाहिए हुंदे ने, उस तो बाद किन्नी क सालाना इनकम होनी चाहिए, उस तो बाद बच्चों को किन्ना क मंथली खर्चा मिलता वे, और भी काफ़ी सारिया असी जिहड़ियां चीज़ां ने ना वो सोनू भाई हरां कोल पुछांगे ते चलने इन्हां ते एक एक करके सवाल पूछने। हाँ जी, सत श्री अकाल भाजी। सत श्री अकाल भाजी, की हाल चाल है जी? ठीक ठाक, तुसीं सुणाओ अपना? ठीक हो? हाँ जी ठीक हो। सारे सत श्री अकाल देखने वाले। मेरे ख्याल नाल मेरी सैकंड वीडियो है किसी अपने इंडियन भरा दे नाल। ठीक है भाजी। अच्छा, इत्थे मैं एक होर चीज़ दसना चाहना, असी जिहड़े इंडियन या पाकिस्तानी जिन्हें यकीन मनो इत्थे भरावां वांग ही रहिंदे पे जी। बिल्कुल बिल्कुल ठीक है। वो जिहड़ी मार कुटाई ते पता नहीं की मीडिया च दस दिंदे, मैं रहिंदा पाकिस्तान च सारा कुछ झूठ आ भाजी। वो तां इत्थे एक कमरे दे विच भी इंडियन पाकिस्तानी रह रहे। बिल्कुल बिल्कुल भाजी। अच्छा सोनू भाजी, सब तो पहला ते ਇਹ ਦੱਸੋ कि ਤੁਹਾਡਾ फैमिली ਨੂੰ ਇੱਥੇ ਬੁਲਾਉਣਾ ਚਾਹੀਦਾ ਨੇ, ਕਿੱਥੋਂ ਸ਼ੁਰੂ ਕਰਨਾ? फैमिली ਵਾਸਤੇ ਇਹ ਮੁਲਕ ਕਿਸ ਤਰ੍ਹਾਂ ਦਾ ਹੈ, ਇਹ ਜ਼ਰਾ ਦੱਸੋ। ਹਾਂ ਵਧੀਆ ਭਾਜੀ, ਫੈਮਿਲੀ ਵਾਸਤੇ ਜਿੱਦਾਂ ਮੇਰੀ ਫੈਮਿਲੀ ਆਈ ਨੂੰ 2 ਸਾਲ ਹੋ ਗਏ ਤੇ 2 ਸਾਲ ਹੋ ਗਏ ਤੇ ਵਧੀਆ ਠੀਕ ਆ। ਬੱਚਿਆਂ ਦੀ ਪੜ੍ਹਾਈ ਦਾ ਫਿਊਚਰ ਵੀ ਆ, ਹੁਣ ਇੰਗਲਿਸ਼ ਵੀ ਆ, ਸਾਰਾ ਕੁਝ ਵਧੀਆ ਠੀਕ ਆ ਭਾਜੀ। ਤੇ ਪਰ ਕਈ ਬੰਦੇ ਆਂਦੇ ਨੇ ਜੀ ਫੈਮਿਲੀ ਉੱਥੇ ਹੋਣੀ ਚਾਹੀਦੀ ਹੈ, ਮਾਹੌਲ ਖਰਾਬ ਹੈ ਇੱਥੇ ਦਾ, ਇਹਦੇ ਬਾਰੇ? ਨਹੀਂ ਭਾਜੀ, ਮਾਹੌਲ ਤਾਂ ਕੋਈ ਨਹੀਂ ਖਰਾਬ ਹੈਗਾ। ਜਿੱਦਾਂ ਉਹ ਡਿਪੈਂਡ ਕਰਦਾ ਆ ਵੀ ਜਿੱਦਾਂ ਹੁਣ ਮੇਰੀ ਫੈਮਿਲੀ ਆਈ ਨੂੰ 2 ਸਾਲ ਹੋ ਗਏ, ਉਹਨੇ ਕੰਮ ਨਹੀਂ ਕੀਤਾ, ਮੈਂ ਇਕੱਲਾ ਹੀ ਕਰਦਾ ਸੀ। ਤੇ ਹੁਣ ਜੇ ਹੁਣ ਮੈਂ ਕਹਿ ਦਵਾਂ ਅੱਕ ਕੇ ਵੀ ਮੈਨੂੰ ਨਹੀਂ ਬਚਦੇ, ਮੈਂ ਇੰਡੀਆ ਭੇਜ ਦਵਾਂ ਇਹਨਾਂ ਨੂੰ, ਨਹੀਂ ਜੇ ਨਾਲ ਆਪਣਾ ਮੀਆਂ ਬੀਬੀ ਦੋਨੇ ਕੰਮ ਕਰਦੇ ਆ, ਵਧੀਆ 4 ਪੈਸੇ ਬਚਦੇ ਆ, ਬੱਚੇ ਨੂੰ ਸਹੂਲਤ ਬਹੁਤ ਆ। ਤੇ ਇਦਾਂ ਦਾ ਕੁਝ ਨਹੀਂ ਹੈਗਾ ਵੀ ਜੇ ਕਹੀਏ ਕੁਝ ਬਚਦਾ ਨਹੀਂ ਜਾਂ ਕੁਝ ਨਹੀਂ, ਇਦਾਂ ਦਾ ਕੁਝ ਨਹੀਂ। ਸਹੀ ਆ। ਤੇ ਬੱਚਿਆਂ ਦੇ ਕਿੰਨੇ ਪੈਸੇ ਲੱਭਦੇ ਨੇ? ਤੁਹਾਡੇ 2 ਬੱਚੇ ਨੇ ਤੇ ਜਿੱਦਾਂ ਭਾਜੀ ਇੱਕ ਬੱਚੇ ਨੂੰ ਤਾਂ ਮੇਰੇ 2 ਮਹੀਨੇ ਹੋਏ ਜਨਮ ਹੋਏ ਨੂੰ, ਹਲੇ ਜਿੱਦਾਂ ਪਹਿਲਾ ਸੀਗਾ ਜਿਹੜਾ ਇੰਡੀਆ ਤੋਂ ਉਹਦਾ ਜਨਮ ਸੀਗਾ ਤੇ ਉਹਨੂੰ 200 ਰੁਪਇਆ ਮਹੀਨੇ ਦਾ ਦਿੰਦੇ ਤੇ ਉਹਦਾ 200 ਹੀ ਆ। ਤੇ ਜਿਹੜੇ ਦਾ ਹੁਣ ਜਨਮ ਹੋਇਆ, ਉਹ ਜਿਹੜਾ ਬੱਚੇ ਦਾ ਤਾਂ ਇੱਥੇ ਜਨਮ ਆ, ਉਹਨੂੰ ਤਾਂ ਬਹੁਤ ਸਹੂਲਤ ਆ। ਅੱਛਾ, ਉਹਨੂੰ ਕੀ ਸਹੂਲਤ ਲੱਭਦੀ ਆ? ਜਿੱਦਾਂ ਵੀ ਬੱਚੇ ਨੂੰ ਜਦੋਂ ਜਨਮ ਹੁੰਦਾ ਪਹਿਲਾਂ 2000 ਰੁਪਇਆ ਦਮਾਂਦਾ ਕਮੂਨਾ ਦਿੰਦਾ, 1000 ਰੁਪਇਆ ਐਮਸ ਦਿੰਦੀ ਆ, ਟੋਟਲ 3000 ਲੱਭ ਜਾਂਦਾ। 3000 ਰੁਪਇਆ ਲੱਭ ਜਾਂਦਾ। ਹਾਂਜੀ, ਮੇਰੇ ਖਿਆਲ ਨਾਲ ਹੁਣ ਸੁਣਿਆ 26 ਦੇ ਵਿੱਚ ਜਿਹੜਾ ਤੁਹਾਡਾ 26 ਚ ਹੋਇਆ। ਹਾਂਜੀ 26 ਚ ਹੋਇਆ। ਨਹੀਂ, ਮੈਂ ਸੁਣਿਆ 26 ਦੇ ਵਿੱਚ ਹੁਣ 1500 ਰੁਪਇਆ ਲੱਭਦਾ ਪਿਆ। ਨਹੀਂ ਮੈਨੂੰ 2000 ਲੱਭਿਆ ਜੀ। ਨਹੀਂ, ਜਿਹੜਾ ਐਕਸਟਰਾ ਮਿਲਦਾ ਪਿਆ 1000 ਤੇ ਲੱਭਦਾ ਪਿਆ। ਨਹੀਂ ਭਾਜੀ, ਉਹ ਮੈਨੂੰ 1000 ਹੀ ਮਿਲਿਆ। 1000 ਹੀ ਮਿਲਿਆ? ਹਾਂਜੀ, ਉਹ ਇੱਕ ਦਮਾਂਦਾ ਲੱਗਦਾ 400 ਕੁਛ ਰੁਪਏ ਦਾ। ਅੱਛਾ, ਉਹ ਦਮਾਂਦਾ ਐ ਬਣਾਉਣੀ ਪੈਂਦੀ ਆ, ਜਿਹੜੀ ਫੈਮਿਲੀ ਵਾਲੇ ਆ ਦਮਾਂਦਾ ਆ, ਉਹਦੇ ਤੋਂ। ਹਾਂਜੀ, ਉਦਾਂ ਮੈਨੂੰ 1000 ਹੀ ਲੱਭਿਆ ਉਹਦਾ। ਮਤਲਬ 2001 ਤੇ 1000 ਉਹ 3000। ਹਾਂਜੀ, ਤੇ ਜਿਹੜੇ 2 ਸਾਲ ਹੀ ਨਹੀਂ ਪੈਸੇ ਵੱਧ ਵੀ ਪਾਉਂਦੇ ਆ, ਜਿੱਦਾਂ ਬਾਕੀ ਬੱਚੇ ਨੂੰ 200 ਰੁਪਇਆ ਆ, ਇਹ ਜਿਹੜਾ ਇੱਥੇ ਦਾ ਜਨਮ ਵਾਲੇ ਬੱਚੇ ਦਾ ਇਹਦਾ ਮੈਨੂੰ 280 ਰੁਪਏ ਪਾਉਂਦੇ ਆ। ਮਤਲਬ ਡੈਪਰ ਦਾ ਖਰਚਾ ਜਿਹੜਾ ਪੋਸਟੇਜ ਉਹ ਵੱਖਰਾ, ਉਹ ਮਹੀਨੇ ਦੇ 80 ਰੁਪਏ ਵੱਖਰੇ ਕਰ ਦਿੰਦੇ। ਉਹਦੇ ਈਜੇ ਤੇ ਡਿਪੈਂਡ ਕਰਦਾ, ਆਪਾਂ ਨੂੰ 7000 ਤੋਂ ਥੱਲੇ ਈਜੇ ਚਾਹੀਦੇ ਆ, ਉਹ ਪੋਸਟੇਜ ਦਮਾਂਦਾ ਲੱਗਦਾ ਆਪਣੇ ਬੱਚਿਆਂ ਦੀ ਨਾਪੀਆਂ ਵਾਸਤੇ। ਮੈਂ ਮੋਟਾ ਜਿਹਾ ਤੁਹਾਨੂੰ ਸਮਝਾ ਦਵਾਂ। ਆਂਦੇ ਪਏ ਨੇ ਕਿ ਜਿਹੜਾ ਇੱਥੇ ਬੱਚਾ ਪੈਦਾ ਹੋਇਆ, ਪਹਿਲਾ ਸਾਲ ਜਿਹੜਾ ਹੁੰਦਾ ਨਾ, ਉਹ ਤਕਰੀਬਨ 350 ਰੁਪਏ ਨਹੀਂ ਲੱਭਦਾ? ਹਾਂਜੀ, 350 ਲੈਦਾ ਲੱਭਦਾ ਪਹਿਲੇ ਸਾਲ ਬੱਚੇ ਨੂੰ। ਹਾਂਜੀ, ਤੇ ਜਦੋਂ ਬੱਚਾ ਦੂਸਰੇ ਸਾਲ ਚ ਲੱਗ ਜਾਂਦਾ, ਫਿਰ 200 ਰੁਪਇਆ ਹੋ ਜਾਂਦਾ। ਇਹਨਾਂ ਦੇ 2 ਬੱਚੇ ਨੇ, ਦੋਵਾਂ ਦਾ ਮਿਲਾ ਕੇ ਕਿੰਨਾ ਆ ਜਾਂਦਾ ਹਰ ਮਹੀਨੇ? 2 ਤੇ 3 500 ਰੁਪਇਆ। 500 ਰੁਪਏ। ਉਸ ਤੋਂ ਬਾਅਦ ਜਿੱਦਾਂ ਹੁਣ ਜੇ ਕੁਸ਼ਤੀ ਕੋ ਵੀ ਹੈ। ਹਾਂਜੀ, ਜਿੱਦਾਂ ਹੁਣ 3 ਬੱਚੇ ਆ ਭਾਜੀ, ਉਦੋਂ 900 ਲੱਭਦਾ। ਫੈਮਿਲੀ ਨੂੰ ਬੁਲਾਉਣ ਵਾਸਤੇ ਜਿਹੜੀ ਖੁਦ ਸ਼ੁੱਧ ਜਿਹੜੀ ਸਾਲਾਨਾ ਇਨਕਮ ਹੁੰਦੀ ਹੈ, ਉਹ ਕਿੰਨੀ ਕੁ ਚਾਹੀਦੀ ਹੁੰਦੀ? ਹਾਂਜੀ, ਜਿੱਦਾਂ ਭਾਜੀ ਜੇ ਤਾਂ ਆਪਣੇ ਇਕੱਲੇ, ਜਿੱਦਾਂ ਹੁਣ ਆਪਣੇ ਵਾਈਫ ਆ ਇਕੱਲੀ ਆ, ਵੀ ਬੇਬੀ ਨਹੀਂ ਹੈਗਾ, ਉਹਲੇ ਤਾਂ ਚਾਹੀਦੀ 10500 ਰੁਪਇਆ ਸਾਲਾਨਾ ਇਨਕਮ। ਹਾਂਜੀ, ਤੇ ਜੇ ਆਪਣੀ ਚਾਹੀਦੀ ਵੀ ਜੇ ਨਾਲ ਇੱਕ ਬੱਚਾ ਵੀ ਆ ਤਾਂ ਫੇਰ ਚਾਹੀਦੀ 14000 ਕੋਸ਼ਵਾ ਲੱਗਦੀਆਂ, 15000 ਤੱਕ ਚਾਹੀਦੀ ਆ। ਤੇ ਜੇ 2 ਬੇਬੀ ਆ ਫੇਰ ਮੇਰਾ 17000 ਕੋਸ਼ ਚਾਹੀਦੀ ਆ। ਤੇ ਇਹੀ ਆ ਕੋਤਾ ਭਾਜੀ। ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਵੇ ਅਗਰ ਡਿਪੈਂਡ ਕੀਤਾ ਜਾਏ ਤੇ ਤੁਹਾਡੇ ਉੱਥੇ ਕਿੰਨਾ ਲੱਗਦਾ ਪਿਆ ਟਾਈਮ? ਕਿਉਂਕਿ ਪਾਕਿਸਤਾਨ ਤੇ ਮੈਂ ਬਣਾਈ ਇੱਕ ਵੀਡੀਓ, ਕਿੰਨਾ ਕੁ ਟਾਈਮ ਲੱਗਦਾ? ਹਾਂਜੀ, ਜਿੱਦਾਂ ਭਾਜੀ ਟਾਈਮ ਡਿਪੈਂਡ ਕਰਦਾ, ਸਾਰੀ ਮੇਨ ਚੀਜ਼ ਤਾਂ ਪੈਸੇ ਦੀ ਖੇਲ ਵਾ। ਤੇ ਜਿੱਦਾਂ ਇੱਥੇ ਵੀ ਏਰੀਏ ਦੇ ਹਿਸਾਬ ਨਾਲ ਹੀ ਆ, ਜਿੱਦਾਂ ਹੁਣ ਆਪਣੇ ਇੱਥੇ
ਪੋਰਦਨੋਨੇ ਦੇ ਵਿੱਚ ਆਪਾਂ ਦਮਾਂਦਾ ਲਾਉਂਦੇ ਆ ਤਾਂ ਉਹ ਤਾਂ ਆਪਣੇ ਮਹੀਨੇ ਦੇ ਵਿੱਚ ਨੁਲੌਸ ਤਾਂ ਆ ਜਾਂਦਾ ਆ। ਹੁਣ ਕਈ ਸ਼ਹਿਰ ਇਦਾਂ ਦੇ ਜਿੱਥੇ 6-6 ਮਹੀਨੇ ਵੀ ਲੱਗਦੇ ਆ। ਬਿਲਕੁਲ। ਤੇ ਇੱਥੋਂ ਮਹੀਨੇ ਦਾ ਪ੍ਰੋਸੈਸ ਵਾ ਤੇ ਇੰਡੀਆ ਭੇਜਿਆ ਤੇ ਮੈਂ ਉੱਥੇ ਮੇਰੇ ਲੱਗੇ ਸੀ ਜੀ 2 ਮਹੀਨੇ। 2 ਮਹੀਨੇ ਤੇ 3 ਮਹੀਨਿਆਂ ਦੇ ਵਿੱਚ ਮੇਰੇ ਨਿਆਣੇ ਇੱਥੇ ਆ ਗਏ ਸੀਗੇ। ਅੱਛਾ, ਤੁਹਾਡਾ ਉੱਥੇ 3 ਮਹੀਨੇ ਲੱਗੇ ਨੇ ਟੋਟਲ ਇੱਥੇ ਆ ਗਏ? ਹਾਂਜੀ 3 ਮਹੀਨਿਆਂ 'ਚ ਟੋਟਲ ਮੇਰੇ ਨਿਆਣੇ ਇੱਥੇ ਆ ਗਏ ਸੀ। ਸਾਡੇ ਪਤਾ ਕਿੰਨਾ ਟਾਈਮ ਲੱਗਦਾ? 2-2 ਸਾਲ ਲੱਗ ਜਾਂਦੇ ਨੇ, ਇਸ ਤੋਂ ਵੀ ਜ਼ਿਆਦਾ ਲੱਗ ਜਾਂਦੇ ਨੇ ਬਾਅਦ ਵਿੱਚ। ਸਾਡੇ ਉੱਥੇ ਐਮਬੈਸੀ ਦੇ ਵਿੱਚ ਸਿਸਟਮ ਹੋਰ ਤਰ੍ਹਾਂ ਦਾ ਹੋ ਗਿਆ, ਤਾਂ ਅਪਾਇੰਟਮੈਂਟ ਹੀ ਨਹੀਂ ਮਿਲਦੀ ਹੈ। ਹਾਂ ਠੀਕ ਭਾਈ, ਹੁਣ ਤਾਂ ਸਾਡੇ ਵੀ ਇਦਾਂ ਥੋੜਾ ਜਿਹਾ ਹੋਇਆ, ਕਹਿੰਦੇ ਅਪਾਇੰਟਮੈਂਟ ਨਹੀਂ ਮਿਲ ਰਹੀ। ਆ ਥੋੜਾ ਜਿਹਾ ਲੜਾਈ ਕਰਕੇ ਉਦਾਂ ਸਾਡੇ ਇਦਾਂ ਨਹੀਂ, ਹੱਦ 2 ਮਹੀਨੇ ਤੋਂ ਵੱਧ ਦਾ ਪ੍ਰੋਸੈਸ ਹੈ ਨਹੀਂਗਾ। 2 ਮਹੀਨੇ ਦੇ ਵਿੱਚ ਅਪਾਇੰਟਮੈਂਟ ਚੱਕ ਦਿੰਦੇ ਆ ਤੇ ਆਪਣਾ 2 ਮਹੀਨੇ ਬਾਅਦ ਜਦੋਂ ਅਪਾਇੰਟਮੈਂਟ ਆ ਜਾਂਦੀ ਆਪਣਾ ਤੁਸੀਂ ਨੁਲੌਸ ਤਾਂ ਜਮ੍ਹਾਂ ਕਰਾਓ, ਉਹ ਹਫ਼ਤੇ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਕੇ ਆ ਜਾਂਦਾ ਤੇ 2 ਹਫ਼ਤੇ ਦੀ ਵਿੱਚ ਡਿਟੇਲ ਪਾ ਦਿੰਦੇ ਆ, ਉਹ ਵੀ 2 ਹਫ਼ਤੇ ਬਾਅਦ ਤੁਹਾਡੀ ਐਂਟਰੀ ਆ ਤੇ ਬਸ 3 ਮਹੀਨਿਆਂ 'ਚ ਨਿਆਣੇ ਮੇਰੇ ਇੱਥੇ ਆ ਗਏ ਜੀ। ਅੱਛਾ ਸੋਨੂੰ ਭਾਜੀ, ਕੰਮ ਕੀ ਕਰਦੇ ਤੁਸੀਂ ਤੇ? ਕੰਮ ਭਾਜੀ ਮੈਂ ਫੈਕਟਰੀ ਕਰਦਾ ਸੀ, ਕਿਉਂਕਿ ਹੁਣ ਇੱਕ ਇਹ ਵੀ ਪ੍ਰੋਬਲਮ ਆ ਨਾ, ਖੇਤੀ ਦੇ ਕੰਮਾਂ ਤੇ ਕੁੱਦਾਂ ਵੀ ਨਹੀਂ ਨਿਕਲਦੀਆਂ ਭਾਜੀ ਐਡੀਆਂ ਤੇ ਇਹ ਫਿਰ ਅੱਛਾ, ਜਿਹਨੇ ਫੈਮਿਲੀ ਬੁਲਾਣੀ ਹੈ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਹ ਖੇਤੀ ਦਾ ਅਗਰ ਕੰਮ ਕਰਦਾ ਤਾਂ ਮੁਸ਼ਕਲ ਹੈ, ਖੁਦ ਸ਼ੁੱਧ ਪੂਰੀ ਨਹੀਂ ਹੁੰਦੀ। ਜਿੱਦਾਂ ਨਿਆਣੇ ਡਿਪੈਂਡ ਕਰਦੇ ਤਾਂ ਮੇਰੇ 2-3 ਦੋਸਤ ਆ ਭਾਜੀ, ਉਹਨੇ ਆਪਣੇ ਨਿਆਣੇ ਇੰਡੀਆ ਹੀ ਛੱਡੇ ਆ ਤੇ ਕੱਲੀਆਂ ਆਪਣੀਆਂ ਵਾਈਫਾਈ ਮੰਗਾਈਆਂ ਇੱਥੇ, ਕਿਉਂਕਿ ਉਹਨਾਂ ਦੀ ਖੁਦ ਦੇ 8-10 ਹਜ਼ਾਰ ਰੁਪਈਆ ਸੀਗੀ। ਉਹਨਾਂ ਦੀ ਖੁਦ ਦੇ 8-10 ਹਜ਼ਾਰ ਰੁਪਈਆ ਸੀਗੀ ਤਾਂ ਉਹ ਨਹੀਂ ਮੰਗਾ ਸਕੇ ਆਪਣੇ ਨਿਆਣੇ। ਉਹ ਨਿਆਣੇ ਇੰਡੀਆ ਛੱਡੇ, ਉਹਦੇ ਵਾਈਫਾਈ ਇੱਥੇ ਉਹਨਾਂ ਦੀਆਂ। ਸਹੀ ਹੋ ਗਿਆ। ਹੁਣ ਜਿੱਦਾਂ ਫੈਕਟਰੀ 'ਚ ਕੰਮ ਕਰਦੇ ਆ, ਫੈਕਟਰੀ 'ਚ ਭਾਜੀ ਆ ਵੀ ਖੁਦ ਆ ਜਾਂਦੀ ਆ। ਤੇ ਫੈਕਟਰੀ 'ਚ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਤੁਸੀਂ ਫਿਰ? ਹੁਣ ਤੁਸੀਂ ਫਿਲਹਾਲ ਵਿਹਲੇ ਹੋ? ਹਾਂਜੀ ਭਾਜੀ, ਕਿਉਂਕਿ ਫਿਰ ਮੇਰਾ ਬੱਚੇ ਕਰਕੇ ਮੈਨੂੰ ਕੰਮ ਛੱਡਣਾ ਪਿਆ ਸੀਗਾ। ਅੱਛਾ, ਤੁਹਾਡਾ ਬੱਚਾ ਛੋਟਾ ਤਾਂ ਵਾਸਤੇ ਤੁਸੀਂ ਛੁੱਟੀਆਂ ਲਈਆਂ ਹੋਈਆਂ ਨੇ? ਨਹੀਂ ਛੱਡ ਹੀ ਦਿੱਤਾ ਸੀ ਕੰਮ, ਜੋ ਡਿਲੀਵਰੀ ਹੋਈ ਸੀਗੀ ਭਾਜੀ ਤੇ ਵੀ ਆਪਰੇਸ਼ਨ ਦੇ ਨਾਲ ਵਾਈਫ ਦੀ ਡਿਲੀਵਰੀ ਹੋਈ ਸੀ। ਉਹ ਫਿਰ ਹੁਣ ਇੰਨੀਆਂ ਛੁੱਟੀਆਂ 2 ਹਫ਼ਤੇ ਤੋਂ ਵੱਧ ਛੁੱਟੀਆਂ ਨਹੀਂ ਦੇ ਸਕਦੇ ਫੈਕਟਰੀ ਵਾਲੇ। ਉਹ 2 ਹਫ਼ਤੇ ਦੀਆਂ ਮੈਨੂੰ ਦੇ ਰਹੇ ਸੀਗੇ, ਫਿਰ ਮਗਰ ਕੋਈ ਸਾਂਭਣੇ ਨੂੰ ਹੈ ਨਹੀਂ ਸੀ ਤਾਂ ਮੈਨੂੰ 1.5 ਮਹੀਨੇ ਦੀਆਂ ਚਾਹੀਦੀਆਂ ਸੀ। ਇਸ ਕਰਕੇ ਫਿਰ ਨਾ ਹੀ ਉਹਨੀ ਮੇਰਾ ਮੁੜ ਕੇ ਸੱਦਿਆ ਤੇ ਨਾ ਹੀ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਹੋਰ ਕੰਮ ਲੱਭ ਲਿਆ। ਅੱਛਾ, ਤੁਸੀਂ ਮਤਲਬ ਫਿਰ ਆਪ ਹੀ ਕੰਮ ਛੱਡਿਆ। ਉਹਦੇ ਤੁਸੀਂ ਕਿੰਨੇ ਕੁ ਪੈਸੇ ਕਮਾਉਂਦੇ ਹੋ ਫੈਕਟਰੀ ਦੇ ਵਿੱਚ? ਫੈਕਟਰੀ ਦੇ ਵਿੱਚ ਭਾਜੀ ਜਿੱਦਾਂ ਵੀ ਫੈਕਟਰੀ ਦਾ ਹਿਸਾਬ ਇਹ ਆ ਵੀ ਜਿੱਦਾਂ ਲੱਗਦਾ ਬੰਦਾ ਆ, ਜਦੋਂ ਲੱਗਦਾ ਆ ਉਦੋਂ ਤਾਂ ਬੰਦੇ ਨੂੰ ਦਿੰਦੇ 16-1700 ਰੁਪਈਆ 8 ਘੰਟਿਆਂ ਦਾ ਬਿਨਾਂ ਓਵਰ ਟਾਈਮ ਤੋਂ। ਹਫ਼ਤੇ ਦੇ 5 ਦਿਨ ਕੰਮ ਆ। ਹਫ਼ਤੇ ਦੇ 5? ਹਾਂਜੀ। ਤੇ ਜਿੱਦਾਂ ਤੁਸੀਂ ਪੁਰਾਣੇ ਹੁੰਦੇ ਜਾਂਦੇ ਲੈਵਲੋਂ ਵੱਧਦਾ ਜਾਂਦਾ ਤੇ ਤੁਹਾਡੇ ਪੈਸੇ ਵੀ ਵੱਧ ਵਾ ਓਵਰ ਟਾਈਮ ਲਾ ਕੇ, ਤੇ ਠੀਕ ਆ ਰੁਪਈਆ 24-2500 ਆ ਜਾਂਦਾ ਸੀ। ਨਾ ਕਰੋ। ਹਾਂਜੀ, ਜਦੋਂ ਕਰਦੇ ਹੋ ਜਿੱਥੇ 24-2500 ਫੈਕਟਰੀ 'ਚ ਲੱਭਦਾ ਰਿਹਾ ਤੁਹਾਨੂੰ? ਭਾਜੀ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਇੰਡੀਅਨ ਆਪਣੇ, ਪਰ ਉਹ 8 ਘੰਟਿਆਂ ਦਾ ਨਹੀਂ ਸੀ ਆਉਂਦਾ। ਪੈਸਾ 8 ਘੰਟਿਆਂ ਦਾ ਨਹੀਂ ਸੀ ਆਉਂਦਾ। ਕਿੰਨਾ ਸੀ? ਜਾਣ ਕੇ ਮੈਂ ਜਿੱਦਾਂ 3 ਸ਼ਨੀਵਾਰ ਵੀ ਲਾਈਦੇ ਸੀ, ਰੋਜ਼ ਦਾ 1 ਘੰਟਾ ਓਵਰ ਟਾਈਮ ਆਪਣਾ ਸਾਹਬਾਤ ਤੋਂ। ਸਾਹਬਾਤ ਤੋਂ? ਹਾਂਜੀ। ਅੱਛਾ, ਤੇ ਉਹ ਵੀ ਸਾਹਬਾਤ ਤੋਂ 6 ਘੰਟੇ ਲਾਈਦੇ ਸੀ। ਹਾਂਜੀ, ਓਵਰ ਟਾਈਮ ਲਾ ਕੇ 24-2500 ਕਮਾ ਲਿਆ ਤੁਸੀਂ? ਹਾਂਜੀ। ਉਹਦੇ ਵਿੱਚੋਂ ਉਦਾਂ ਆਉਂਦੇ ਤਾਂ ਵੱਧ ਸੀਗੇ ਵੀ 8-900 ਰੁਪਈਆ ਵਾ ਟੈਕਸ ਦਾ ਵੀ ਵੱਖਰਾ ਕਟਾਉਂਦਾ, ਵੱਖਰਾ ਦੇਣਾ। ਮਤਲਬ ਤੁਹਾਡੀ ਜੇਬ 'ਚ ਜਿਹੜੇ ਆਉਂਦੇ ਹਨ ਉਹ 22-2300 ਰੁਪਈਆ। ਬੜੇ ਜ਼ਬਰਦਸਤ ਪੈਸੇ। ਹਾਂਜੀ ਭਾਜੀ, ਫਿਰ ਰੋਜ਼ ਦਾ 1 ਘੰਟਾ ਓਵਰ ਟਾਈਮ ਵੀ ਲਾਈਦਾ। ਦੋਸਤੋ ਗੱਲ ਇਹ ਵੇ ਕਿ ਮਤਲਬ ਬੰਦਾ ਜੂ ਪੁਰਾਣਾ ਹੁੰਦਾ ਨਾ ਤੇ ਪੈਸੇ ਫਿਰ ਵੱਧਦੇ ਰਹਿੰਦੇ ਨੇ। ਜਿਹੜਾ 14-1500 1600 ਇਹ ਨਵੇਂ ਬੰਦੇ ਦੀ ਸੈਲਰੀ ਹੁੰਦੀ ਹੈ। ਹਾਂਜੀ। ਪਹਿਲਾਂ ਤੁਸੀਂ ਇੱਕ ਹੋਰ ਗੱਲ, ਜੇ ਤੁਸੀਂ ਕਿਸੇ ਦੇਸੀ ਕੋਲ ਕੰਮ ਕਰੋਗੇ ਨਾ ਤੇ ਤੁਹਾਨੂੰ ਪੈਸੇ ਬੜੇ ਘੱਟ ਮਿਲਦੇ ਜੇ। ਮੈਂ ਅਕਸਰ ਵੀਡੀਓ ਚਾਹੁੰਦਾ ਵਾਂ ਯਾਰ ਦੇਸੀਆਂ ਕੋਲ ਥੋੜਾ ਜਿਹਾ ਹਾਂਜੀ ਭਾਜੀ ਬਚਾ ਕੇ ਬਿਲਕੁਲ ਥੋੜਾ ਘੱਟ ਹੀ ਪੈਸੇ ਦਿੰਦੇ ਨੇ ਤੁਸੀਂ ਫੈਮਿਲੀ ਨੂੰ ਖਾਸ ਕਰ ਬੁਲਾਣਾ। ਕਿਉਂਕਿ ਜਦੋਂ ਆਪਾਂ ਖੇਤੀ ਦਾ ਕੰਮ ਕਿਸੇ ਬੰਦੇ ਕੋਲੋਂ ਕਰਦੇ ਉਹਦਾ ਰੇਟ ਤਾਂ ਹੁਣ ਜੇ ਕਿਸੇ ਇਟਾਲੀਅਨ ਕੋਲ ਕੰਮ ਕਰਦੇ ਆ ਤਾਂ ਆਪਾਂ ਨੂੰ ਉਹ ਦਿੰਦਾ 7-8 ਰੁਪਏ ਘੰਟਾ, ਤੇ ਜੇ ਕਿਸੇ ਆਪਣੇ ਬੰਦੇ ਕੋਲ ਕੰਮ ਕਰਦੇ ਉਹਨੇ 4 ਰੁਪਏ 5 ਰੁਪਏ ਘੰਟਾ ਤੇ 6 ਹੱਦ 6 ਦੇ ਦੇਣਗੇ ਬਸ, ਇਹ ਦੋ ਉੱਪਰ ਹੈ ਨਹੀਂਗਾ। ਅੱਛਾ, ਹੁਣ ਇੱਕ ਹੋਰ ਗੱਲ ਦੱਸੋ ਕਿ ਤੁਸੀਂ ਕਿੰਨੇ ਪੈਸੇ ਬਚਾ ਲੈਂਦੇ ਹੋ? ਮੈਂ ਸੁਣਿਆ ਔਰ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਮੈਂ ਵੀਡੀਓ ਦੇ ਵਿੱਚ ਆਨਾ ਵਾ ਕਿ ਅਗਰ ਜਿਹਦੇ ਬੰਦੇ ਦੀ 14-1500 ਸੈਲਰੀ ਹੈ ਨਾ, ਉਹ ਫੈਮਿਲੀ ਨੂੰ ਨਾ ਬੁਲਾਏ ਤੇ ਚੰਗਾ ਹੈ, ਕਿਉਂਕਿ ਇੱਥੇ ਬੜੇ ਅਖਰਾਜਾਤ ਹੁੰਦੇ ਨੇ। ਬਿਲਕੁਲ ਭਾਜੀ, ਤੁਸੀਂ ਜਰਾ ਆਪਣਾ ਐਕਸਪੀਰੀਅੰਸ ਦੱਸੋ, ਕਿੰਨਾ ਮਹੀਨੇ ਦਾ ਤੁਹਾਡਾ ਖਰਚਾ ਆ ਜਾਂਦਾ ਹੈ? ਇਦਾਂ ਵੀ ਫੈਮਿਲੀ ਨੂੰ ਬੁਲਾਉਣਾ ਤਾਂ ਮਤਲਬ ਇਦਾਂ ਵੀ ਜਿਹਦੇ ਤੱਕ ਬੱਚੇ ਛੋਟੇ ਆ, ਫਿਰ ਜਿੱਦਾਂ 14-1500 ਰੁਪਏ ਦੇ ਵਿੱਚ ਤਾਂ ਮੁਸ਼ਕਲ ਹੈ ਨਾ। ਬੀਮਾ ਘਰ ਨਹੀਂ ਪਾ ਹੋਣਾ, ਜਾਨੀ ਕਿ ਰੋਟੀ ਬੰਦਾ ਪਾਣੀ ਖਾ ਸਕਦਾ, ਕਿਉਂਕਿ ਜਿੱਦਾਂ ਘਰ ਦੇ ਕਿਰਾਏ ਵੀ ਆ। ਹੁਣ ਕਿੰਨਾ ਕਿਰਾਇਆ ਘਰ ਦਾ? ਹੁਣ ਜਿੱਦਾਂ ਭਾਜੀ ਜਿੱਦਾਂ ਮੇਕੋ ਦਾ 500 ਰੁਪਏ ਨੂੰ ਕਿਰਾਏ ਤੇ ਆ, ਹੁਣ ਜਿਹੜਾ ਚੱਲ ਰਿਹਾ ਹੁਣ ਤਾਂ 600 650 ਜਿੱਦਾਂ ਚੱਲਦਾ, ਉਹ ਵੱਖਰਾ ਭਾਜੀ, ਉਹ ਵੱਖਰੇ। ਗੱਡੀ ਛੱਡੀਏ ਤੇ ਉਹਦਾ ਲੈਦਾ, ਉਹ ਲੈਦੇ ਸਾਰੇ ਖਰਚੇ। ਹਾਂਜੀ ਸਾਰੇ। ਜਿੱਦਾਂ ਹੁਣ ਮੇਰੇ ਬੱਚੇ ਦਾ ਇੱਥੇ ਟੈਸਟ ਹੁੰਦੇ ਸੀ, ਇੰਡੀਆ ਤੋਂ ਆਇਆ ਸੀ, ਮੈਂ ਤਾਂ ਬਹੁਤ ਪੈਸੇ ਫੂਕੇ ਭਾਜੀ। ਪ੍ਰਾਈਵੇਟ ਕਰਵਾਉਂਦੇ ਹੋ ਤੁਸੀਂ? ਨਹੀਂ ਕਰਾਉਂਦੇ ਤਾਂ ਇੱਥੇ ਸੀਗੇ, ਜਿੱਦਾਂ ਮੇਕੋ ਤੋਂ ਗੱਡੀ ਨਹੀਂ ਸੀਗੀ, ਲਾਇਸੈਂਸ ਨਹੀਂ ਸੀ ਕੀਤਾ, ਮੈਂ ਟੈਕਸੀਆਂ ਦਾ ਖਰਚਾ ਦੇਣਾ ਮਹੀਨੇ ਦੇ, ਕਿਉਂਕਿ ਇਹਦਾ ਬੱਚੇ ਨੂੰ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਇੰਡੀਆ, ਉਹਦਾ ਦਿਲ ਦਾ ਆਪਰੇਸ਼ਨ ਹੋਇਆ ਸੀ। ਇਹਨਾਂ ਨੂੰ ਇੱਥੇ ਆ ਕੇ ਨਹੀਂ ਉਹ ਚੀਜ਼ ਚੈੱਕ ਕੀਤਾ। ਮਹੀਨੇ 'ਚ 4-4 5-5 ਟੈਸਟ ਹੁੰਦੇ ਸੀ, 5-5 6-6 ਵਾਰ ਮੇਰਾ ਇੱਦਾਂ ਜਾਂਦਾ ਸੀ।
ਟੈਸਟ 34 ਯੂਰੋ ਦਾ 40 ਯੂਰੋ ਦਾ ਇਦਾਂ ਟੈਸਟ ਹੁੰਦੇ ਸੀ। ਫ੍ਰੀ ਨਹੀਂ ਹੁੰਦੇ ਰੇ ਤੁਹਾਡੇ? ਨਹੀਂ ਭਾਜੀ, ਕੋਈ ਟੈਸਟ ਫ੍ਰੀ ਸੀਗੇ। ਹੁਣ ਜਿੱਦਾਂ ਜਿਹੜੀ ਗੱਡੀ ਮੈਂ ਕਰਕੇ ਜਾਣੀ ਆ ਉਹ 80 ਯੂਰੋ ਵੀ ਟੈਕਸੀ ਵਾਲੇ ਨੇ ਦਿੱਤੇ। ਚਲੋ ਤਾਂ ਟੈਕਸੀ ਦੀ ਗੱਲ ਹੋ ਗਈ। ਉਦਾਂ ਕੁਝ ਟੈਸਟ ਫ੍ਰੀ ਵੀ ਸੀਗੇ। ਹਾਂਜੀ ਅੱਛਾ ਹਾਂਜੀ, ਕੁਝ ਪੈਸੇ ਵੀ ਲੈਂਦੇ ਨੇ। ਹਾਂਜੀ, ਇੱਕ ਦੋ ਜਿੱਦਾਂ ਇਹਦੇ ਦੰਦਾਂ ਦੇ ਹੋਏ ਆ ਉਹਦੇ ਮੇਰੇ ਪੈਸੇ ਲੱਗੇ ਆ ਤੇ ਕੁਝ ਟੈਸਟ ਇਹਨੇ ਫ੍ਰੀ ਕੀਤੇ। ਹੁਣ ਮੇਰੇ ਫ੍ਰੀ ਕਰਤੇ ਟੋਟਲੀ ਇਹਨੇ। ਟੋਟਲੀ ਮੈਂ ਨਹੀਂ ਇਹ ਦੰਦ ਹੋ ਗਿਆ ਜਾਂ ਇਹੋ ਜਿਹੇ ਵਾਲ ਛੱਲਾਂ ਦਾ ਜਾਂ ਹਾਂਜੀ ਨਹੀਂ ਜਿੱਦਾਂ ਚੀਜ਼ਾਂ ਦੇ ਤੇ ਪੈਸੇ ਕਾਫੀ ਇੱਥੇ ਲੱਗਦੇ ਨੇ। ਬਹੁਤ ਦੰਦਾਂ ਦਾ। ਅਗਰ ਬਾਡੀ ਦਾ ਕੋਈ ਜਿਸ ਤਰ੍ਹਾਂ ਤੁਸੀਂ ਦਿਲ ਦਾ ਦੱਸਦੇ ਹੋ ਇਹਦੇ ਪੈਸੇ ਲੈਂਦੇ ਨੇ? ਨਹੀਂ ਪੈਸੇ ਨਹੀਂ ਦਿੰਦੇ, ਪਰ ਜੇ ਕੋਈ ਦਵਾਈ ਜੇ ਕੋਈ ਦਵਾਈ ਲਿਖ ਦਿੰਦੇ ਸੀ ਨਾ, ਦਵਾਈ ਬਹੁਤ ਮਹਿੰਗੀ ਸੀ। ਦਵਾਈ ਬਾਹਰੋਂ ਲੈਣੀ ਪਏ ਤੇ ਦਵਾਈ ਬਹੁਤ ਮਹਿੰਗੀ ਸੀ। ਹਾਂਜੀ, ਕਿਉਂਕਿ ਹਫ਼ਤੇ ਦੀ ਮੈਂ 30 ਯੂਰੋ ਦੀ ਵੀ ਲਈ ਆ ਇੱਕ ਸ਼ੀਸ਼ੀ, ਉਹ ਵੀ 60 ਯਾਨੀ ਕਿ 60 ਯੂਰੋ ਦੀਆਂ ਹਫ਼ਤੇ ਦੀਆਂ ਦਵਾਈਆਂ। ਉਹ ਸੱਟੇ ਤੁਰੰਤ ਦੇ ਪੈਸੇ ਵਾਪਸ ਵੀ ਉਹ ਜਾ ਹੀ ਜਾਂਦੇ ਨੇ ਵਿੱਚ। ਹਾਂਜੀ ਭਾਜੀ, ਉਹ ਆਉਂਦੇ ਆ ਜਿੱਦਾਂ ਹੁਣ ਡਿਪੈਂਡ ਕਰਦਾ, ਜਿੱਦਾਂ 20% ਦਿੰਦੇ ਆ ਇਹ। 20% ਸਹੀ ਹੋ ਗਿਆ। 20% ਦਿੰਦੇ ਆ। ਅੱਛਾ, ਤੇ ਫਿਰ ਬਚਤ ਭਾਜੀ ਇਦਾਂ ਆ, ਉਹ ਬਚਤ ਹੈਗੀ ਆ, ਬਾਕੀ ਆਪਣੇ ਤੇ ਡਿਪੈਂਡ ਕਰਦਾ ਬਚਤ ਦਾ ਭਾਜੀ। ਜੇ ਹੁਣ ਤੁਸੀਂ ਉਡਾਉਣੇ ਤਾਂ ਭਾਵੇਂ ਸਾਰੇ ਉਡਾ ਦਿਓ। ਬਿਲਕੁਲ, ਉਹ ਤੇ ਹੈ। ਤੇ ਜੇ ਤੁਸੀਂ ਬਚਾਉਣੇ ਆ ਤਾਂ ਬਚਦੇ ਵੀ ਆ, ਇਦਾਂ ਨਹੀਂ ਵੀ ਨਹੀਂ ਬਚਦੇ। ਤੇ ਜਦੋਂ ਫਿਰ ਆਪੇ ਮੀਆਂ ਬੀਬੀ ਰਲ ਕੇ ਕੰਮ ਕਰਦੇ ਆ ਤੇ ਤੁਸੀਂ ਸਮਝ ਲਓ ਵੀ ਇੱਕ ਦੀ ਤਨਖਾਹ ਸੇਵ ਆ, ਇੱਕ ਦੀ ਦਾ ਖਰਚਾ ਆ। ਜੇ ਇਕੱਲੇ ਨੇ ਕਰਨਾ ਫਿਰ ਅਗਰ 14-1500 ਕਮਾਣ ਲਾ ਫਿਰ ਤੇ ਮੈਨੂੰ ਲੱਗਦਾ ਜੇ ਇਕੱਲੇ ਨੇ ਇਕੱਲੇ ਦਾ ਇਦਾਂ ਵੀ ਫਿਰ ਰੋਟੀ ਟੁੱਕ ਲਈ ਆਪਾਂ ਦਾ ਸੱਦਣਾ ਆ ਉਹ। ਫਿਰ ਜੇ ਰੋਟੀ ਪਾਣੀ ਦੇ ਹੀ ਆ ਸਹੂਲਤ, ਹੋਰ ਤਾਂ ਫਿਰ ਕੋਈ ਹੈ ਨਹੀਂ ਗੀ ਮੇਰੇ ਹਿਸਾਬ ਨਾਲ। ਕਰਨਾ ਚਾਹੀਦਾ ਕੰਮ। ਅੱਛਾ, ਸਾਡੇ ਬੰਦੇ ਨਾ ਕਈ ਜਾਂਦੇ ਨੇ ਬੱਚੇ ਜ਼ਿਆਦਾ ਪੈਦਾ ਕਰ ਲਓ, ਬੜੀ ਕਮਾਈ ਏ, ਇਹਦੇ ਬਾਰੇ ਚ ਦੱਸੋ। ਕਿ ਮੈਂ ਤੇ ਇਹ ਕਹਿਣਾ ਕਿ ਜਿਹੜੇ ਗਵਰਨਮੈਂਟ ਪੈਸੇ ਦਿੰਦੀ ਉਹ ਬੱਚਿਆਂ ਤੇ ਲੱਗਦੇ ਨੇ ਭਾਜੀ। ਉਹ ਬੱਚਿਆਂ ਨੂੰ ਮੇਰੀ ਗੱਲ ਸੁਣੋ, ਇਹ ਇੱਕ ਬੰਦੇ ਦੀ ਵਹਿਮ ਆ। ਹੁਣ ਮੈਨੂੰ 200 ਰੁਪਇਆ ਦਿੰਦੀ ਸਰਕਾਰ ਇੱਕ ਮੁੰਡੇ ਦਾ, ਤੇ ਮੈਂ 150 ਰੁਪਇਆ ਉਹੀ ਤਾਂ ਰੋਟੀ ਦਾ ਲੈ ਲੈਂਦੇ ਆ ਮੇਰੇ ਤੋਂ। ਸਕੂਲ ਦਾ ਭਾਜੀ, ਹੁਣ ਬੱਚਾ ਪੜ੍ਹਦਾ, ਇਹਦੀ ਰੋਟੀ ਦਾ ਖਰਚਾ ਆ। 150 ਰੁਪਇਆ ਮੈਂ ਉਹ ਪਤਾ ਕਰ ਦਿੰਦਾ, ਜੁੱਤੀ ਖਰਚਾ। ਇਹ ਨਹੀਂ ਹੈ ਵੀ ਬੱਚੇ ਸਰਕਾਰ ਦਿੰਦੀ ਆ, ਸਰਕਾਰ ਇੱਕ ਹੱਥ ਦਿੰਦੀ ਦੂਜੇ ਲੈ ਲੈਂਦੀ ਆ। ਬਿਲਕੁਲ ਉਹ ਸਾਰਾ ਸਿਸਟਮ ਹੀ ਇਸ ਤਰ੍ਹਾਂ ਦਾ ਵੇ। ਹਾਂਜੀ ਭਾਜੀ, ਇਹ ਤਾਂ ਸਾਡੇ ਬੰਦੇ ਕਈ ਆਂਦੇ ਨੇ ਨਾ, ਉਹ 4-5 ਬੱਚੇ ਹੋਣਗੇ, ਇਹ 1200-1500 ਯੂਰੋ ਆਏਗਾ। ਆਹੋ ਕਹਿੰਦੇ ਹਾਂਜੀ ਇਦਾਂ ਭੁੱਖਾ ਮਾਰਨਾ, ਉਹਨੂੰ ਖਵਾਉਣਾ ਨਹੀਂ। ਨਹੀਂ ਫੇ ਭਾਜੀ ਬੱਚੇ ਦਾ ਹੁਣ ਖਰਚਾ ਵੀ ਆ। ਬਿਲਕੁਲ 200 ਰੁਪਏ ਨਾਲ ਹੁਣ ਜੇ ਮੈਨੂੰ ਦਿੰਦੇ ਆ 200 ਰੁਪਏ ਨਾਲ, ਮੈਂ ਤੁਹਾਨੂੰ ਦੱਸਦਾ ਵੀ ਉਹ ਚ ਰੋਟੀ ਦੇਤੀ ਤਾਂ ਬਾਕੀ ਹੋਰ ਖਰਚੇ ਵੀ ਆ। ਜਿੱਦਾਂ ਹਾਂ ਇਹ ਹੈਗਾ ਵੀ 3 ਨਿਆਣਿਆਂ ਤੇ 900 ਰੁਪਇਆ ਦਿੰਦੇ ਆ। ਹੁਣ ਜਿਹਨੇ ਭਾਜੀ ਨਿਆਣੇ ਨੂੰ ਕੁਝ ਨਹੀਂ ਖਿਲਾਉਣਾ ਜਾਂ ਨਿਆਣੇ ਕਿੱਦਾਂ ਰੱਖ ਰਹੇ ਆਪਾਂ, ਉਹ ਆਪਣੇ ਤੇ ਡਿਪੈਂਡ ਕਰਦਾ ਭਾਜੀ। ਪਰ ਖਰਚਾ ਤਾਂ ਹੈ ਇਹ ਨਹੀਂ ਵੀ ਨਹੀਂ ਨਿਆਣੇ ਕਰੀਓ। ਨਿਆਣੇ ਭਾਜੀ ਹੁਣ ਕਰਕੇ ਇਦਾਂ ਵੀ ਗਾ, ਬਾਕੀ ਕਲਚਰ ਹੁੰਦਾ ਹੁਣ ਜਿੱਦਾਂ ਸਾਡਾ ਕਲਚਰ ਵਾ ਗਾਂ ਵਿਆਹੁਣੇ ਵੀ ਆ, ਖਰਚਾ ਵੀ ਕਰਨਾ। ਹੁਣ ਆਪਾਂ 1000 ਰੁਪਏ ਦੀ ਖਾਤਰ ਨਿਆਣੇ ਕਰਕੇ ਤੇ ਹੋਰ ਵੀ ਖਰਚੇ ਆ, ਸਹੂਲਤਾਂ ਆ। ਆਪਣੇ ਹਿਸਾਬ ਨਾਲ ਉਹਦਾ ਆਪਣੀ ਸੋਚ ਆ ਭਾਜੀ। ਹਾਂਜੀ ਸਹੀ ਹੈ। ਫਿਰ ਸੋਨੂੰ ਭਾਜੀ ਬਹੁਤ ਸ਼ੁਕਰੀਆ। ਅੱਛਾ ਦੋਸਤੋ, ਇਹ ਰਿਐਲਿਟੀ ਤੁਹਾਨੂੰ ਦੱਸੀ, ਕੋਈ ਮਤਲਬ ਚ ਬਣਾਵਟੀ ਚੀਜ਼ਾਂ ਕੋਈ ਨਹੀਂ ਹੈ। ਨਹੀਂ ਸੱਚ ਆ ਭਾਜੀ। ਤੁਹਾਡਾ ਦਿਲ ਹੈ ਤੁਸੀਂ ਫੈਮਿਲੀ ਨੂੰ ਬੁਲਾਓ, ਨਹੀਂ ਦਿਲ ਤੁਹਾਡੀ ਮਰਜ਼ੀ ਏ। ਕਈ ਬੰਦੇ ਆਂਦੇ ਨੇ ਜੀ ਫੈਮਿਲੀ ਪਾਕਿਸਤਾਨ ਠੀਕ ਹੈ ਜਾਂ ਇੰਡੀਆ ਠੀਕ ਹੈ। ਮੈਂ ਤੇ ਇੱਥੋਂ ਬਸ ਇੱਕ ਹੀ ਚੀਜ਼ ਦਾ ਮੈਂ ਕਹਿਣਾ ਕਿ ਯਾਰ ਤੁਹਾਡੀ ਅਗਰ 14-1500 ਸੈਲਰੀ ਹੈ ਨਾ, ਤੇ ਫੇਰ ਨਾ ਬੁਲਾਇਓ। ਹੈ ਫਿਰ ਤੁਸੀਂ ਜਿਹੜਾ ਨਾ ਮੁਸ਼ਕਲ ਹੋ ਜਾਏਗੀ ਤੁਹਾਡੀ। ਹਾਂਜੀ ਭਾਜੀ, ਫੇਰ ਇਦਾਂ ਆ ਵੀ ਫੇਰ ਉਹ ਚੀਜ਼ ਆ ਵੀ ਫਿਰ ਬੰਦੇ ਜਿੱਦਾਂ 14-1500 ਰੁਪਏ ਤਨਖਾਹ ਵਾਲੇ ਆ, ਫੇਰ ਵਿੱਚ ਫੈਮਿਲੀ ਦੇ ਨਾਲ ਮੁੰਡੇ ਰੱਖਦੇ ਆ, ਖਰਚੇ ਨਹੀਂ ਪੂਰੇ ਹੁੰਦੇ ਫਿਰ ਭਾਜੀ। ਫੇਰ ਮੁੰਡੇ ਰੱਖਦੇ ਆ ਵਿੱਚ, ਜਾਂ ਫੈਮਲੀਆਂ ਕਿਰਾਏ ਦੇ ਨਾਲ ਲੱਭਦੇ ਆ। ਪਰ ਮੇਰੇ ਹਿਸਾਬ ਨਾਲ ਨਹੀਂ, ਫੈਮਿਲੀ ਇਕੱਲੀ ਹੀ ਰੱਖਣੀ ਚਾਹੀਦੀ। ਫੈਮਿਲੀ ਦੇ ਵਿੱਚ ਨਹੀਂ ਕੋਈ ਰੱਖਣਾ ਚਾਹੀਦਾ। ਜੇ ਆਪਣੀ 14-1500 ਤੋਂ ਆਮਦਨ ਤੋਂ ਵੱਧ ਨਹੀਂ ਹੈਗਾ, ਫਿਰ ਜੇ ਤਾਂ ਇਕੱਲੇ ਭਾਜੀ ਮੀਆਂ ਬੀਬੀ ਆ, ਫਿਰ ਤਾਂ ਬੁਲਾਓ, ਆਪਣਾ ਦੋਨੇ ਡਟ ਕੇ ਕੰਮ ਕਰੋ। ਕੰਮ ਮਿਲਦਾ ਭਾਜੀ, ਕੰਮ ਕਰੋ। ਜੇ ਬੱਚਿਆਂ ਦੇ ਨਾਲ ਆ ਫੇਰ ਔਖਾ, ਕਿਉਂਕਿ ਇਹ ਵੀ ਨਹੀਂ ਵੀ ਬੱਚੇ ਨੂੰ ਆਉਂਦੇ ਨੂੰ ਪਹਿਲਾਂ ਵਾਈਫ ਨੂੰ ਕੰਮ ਤੇ ਪਹਿਲਾਂ ਪੜਾਉਂ ਲਿਖਾਉਂਗੇ, 2 ਸਾਲ ਬੋਲੀ ਸਿਖਾਉਂਗੇ ਤਾਂ ਕੰਮ ਤੇ ਲਵਾਉਂਗੇ। ਬਿਲਕੁਲ ਜੀ ਹਾਂਜੀ ਇਦਾਂ। ਤੇ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਵੀ ਭਾਜੀ। ਬਹੁਤ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਥੱਲੇ ਕਮੈਂਟਸ ਕਰਕੇ ਜ਼ਰੂਰ ਦੱਸਿਓ। ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਵਿਜ਼ਿਟ ਕਰੋ, ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ। ਓਕੇ ਜੀ, ਰੱਬ ਰੱਖਾ। ਓਕੇ ਰੱਬ।